बादल ही आ गए जमीन ते। ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਮੇਰੇ ਪਹਿਲੇ ਵਲੌਗ ਤੇ ਜਿਸ ਦਾ ਨਾਮ ਹੈ ਦਿਲ ਦੀਆਂ ਗੱਲਾਂ ਵਿਦ ਜੋਲੀਨ ਸਲੋਨ। ਅੱਜ ਦੇ ਇਸ ਪਹਿਲੇ ਵਲੌਗ ਦੇ ਵਿੱਚ ਆਪਾਂ ਗੱਲ ਕਰਾਂਗੇ ਉਹਨਾਂ ਟੌਪਿਕਾਂ ਦੇ ਬਾਰੇ ਜਿਸ ਨੂੰ ਪੰਜਾਬੀ ਕਮਿਊਨਿਟੀ ਦੇ ਵਿੱਚ ਲੋਕ ਗੱਲ ਕਰਕੇ ਰਾਜੀ ਨਹੀਂ ਹੈਗੇ। ਅੱਜ ਆਪਾਂ ਗੱਲ ਕਰਾਂਗੇ ਉਸ ਕਿੱਸੇ ਬਾਰੇ ਜਿਸ ਨੇ ਕਿਰਦਾਰ ਦੀ ਰਚਨਾ ਕੀਤੀ ਸੀ, ਉਸ ਲਵ ਸਟੋਰੀ ਬਾਰੇ ਜਿਸ ਨੇ ਜੋਲੀਨ ਦੇ ਕਿਰਦਾਰ ਨੂੰ ਲਾਈਫ ਦੇ ਵਿੱਚ ਲੈ ਕੇ ਆਂਦਾ ਸੀ। So if you are ready, honey, bring your popcorn and a glass of wine or whatever you drink and let's begin. जिंदगी ये लगदी हसीन जी, अज दी रात दा सीन की। ਲੰਘਦੇ ਜਹਾਜ਼ਾਂ ਦੀਆਂ ਆਵਾਜ਼ਾਂ ਨੂੰ ਸੁਣ ਕੇ ਤੇ ਹਵਾ ਦੇ ਹੁਲਾਰਿਆਂ ਨੂੰ ਸੁਣ ਕੇ ਮੇਰੇ ਦਿਮਾਗ ਦੇ ਵਿੱਚ ਸੁਰਜੀਤ ਪਾਤਰ ਦੀ ਲਿਖੀ ਹੋਈ ਇੱਕ ਕਵਿਤਾ ਯਾਦ ਆਈ। ਕਹਿੰਦੇ ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ, ਪੈੜਾਂ ਤੇਰੀਆਂ ਤੇ ਦੂਰ ਦੂਰ ਤੀਕ ਮੇਰੇ ਪੱਤੇ, ਡਿੱਗੇ ਤੇਰਿਆਂ ਗੁਨਾਹਾਂ ਦਾ ਗਵਾਹ ਬਣ ਕੇ। ਕਦੇ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ, ਕਦੇ ਲੰਘ ਜਾਂਦਾ ਪਾਣੀ ਕਦੇ ਵਾਹ ਬਣ ਕੇ। ਤਾਂ ਇਸ ਕਹਾਣੀ ਦੀ ਸ਼ੁਰੂਆਤ ਹੋਈ ਸੀ ਹਾਈ ਸਕੂਲ ਦੇ ਉਹ ਦਿਨਾਂ ਦੇ ਅੰਦਰ, ਜਿਸ ਵਕਤ ਸਾਡੇ ਅੰਦਰ ਜਿਹੜੇ ਟੀਨੇਜ ਦੇ ਹਾਰਮੋਨਸ ਹੁੰਦੇ ਨੇ ਨਾ, ਉਹ ਸਭ ਤੋਂ ਹਾਈਐਸਟ ਲੈਵਲ 'ਤੇ ਹੁੰਦੇ ਨੇ। ਉਸ ਸਮੇਂ 'ਤੇ ਇੱਕ ਮੇਰਾ ਬੈਸਟ ਫਰੈਂਡ ਸੀ ਜਿਸ ਦੇ ਨਾਲ ਮੈਨੂੰ ਪਿਆਰ ਹੋ ਗਿਆ। ਅਸੀਂ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਆ ਗਏ ਜਿਸ ਨੂੰ ਮੈਂ ਇਸ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਚੀਜ਼ ਦੇ ਨਾਮ ਨਾਲ ਮੈਂਸ਼ਨ ਕਰਦਾ ਹੁੰਦਾ, ਬਿਕਾਜ਼ ਉਹ ਰਿਲੇਸ਼ਨਸ਼ਿਪ ਦੇ ਵਿੱਚ ਆਈ ਨੈਵਰ ਹੈਡ ਐਨੀਥਿੰਗ ਦੈਟ ਆਈ ਵਾਂਟਡ ਮੋਰ। ਉਸ ਇਨਸਾਨ ਨੇ ਮੈਨੂੰ ਹਰ ਇੱਕ ਚੀਜ਼ ਇੱਕ ਇੰਨੇ ਵਧੀਆ ਤਰੀਕੇ ਨਾਲ ਪ੍ਰੋਵਾਈਡ ਕੀਤੀ ਹੋਈ ਸੀ ਦੈਟ ਆਈ ਵਾਜ਼ ਦ ਮੋਸਟ ਹੈਪੀਐਸਟ ਪਰਸਨ ਔਨ ਦਿਸ ਪਲੈਨਟ ਅਰਥ। ਐਂਡ ਯਾ ਦੈਟ ਪਰਸਨ ਲਵਡ ਮੀ ਅ ਲੋਟ, ਰਾਈਟ। ਉਹ ਪਿਆਰ ਸੀਗਾ ਉਸ ਵਕਤ ਦੇ ਉੱਤੇ। ਫਿਰ ਕਮਿਊਨਿਟੀ ਦੇ ਪ੍ਰੈਸ਼ਰ ਦੇ ਨਾਲ, ਸੁਸਾਇਟੀ ਦੇ ਪ੍ਰੈਸ਼ਰ ਦੇ ਨਾਲ ਸਾਡੇ ਰਿਸ਼ਤੇ ਦਾ ਅੰਜਾਮ ਹੋਇਆ ਜਿੱਥੇ ਸਾਨੂੰ ਆਪਣਾ ਰਿਸ਼ਤਾ ਤੋੜਨਾ ਪਿਆ। ਕੋਈ ਬੇਵਫਾਈ ਨਹੀਂ ਕਿਸੇ ਨੇ ਕੀਤੀ, ਜਸਟ ਸੁਸਾਇਟੀ ਅਤੇ ਕਲਚਰ ਦੇ ਮਾਰੇ ਅਸੀਂ ਆਸ਼ਕ ਸੀ ਅਤੇ ਸਾਡਾ ਰਿਸ਼ਤਾ ਟੁੱਟ ਗਿਆ। ਉਹ ਮੈਨੂੰ ਅਕਸਰ ਕਹਿਣਾ ਹੁੰਦਾ ਸੀ ਕਿ ਜੇਕਰ ਆਪਣਾ ਰਿਸ਼ਤਾ ਟੁੱਟ ਗਿਆ ਨਾ ਤਾਂ ਤੂੰ ਮੇਰੀ ਸੀਕ੍ਰੇਟ boyfriend girlfriend ਬਣ ਕੇ ਰਹੀ। and that's when I was listening to the songs, going through that breakup phase। ਤਾਂ breakup phase ਦੇ ਵਿੱਚ ਜਾਂਦੇ ਜਾਂਦੇ ਗਾਣੇ ਸੁਣਦਿਆਂ, ਡੋਲੀ ਪਾਰਟਨ ਦੀ ਕਲੈਕਸ਼ਨ ਦੇ ਗੋ ਥਰੂ ਜਾਂਦਿਆਂ ਇੱਕ ਸੌਂਗ ਸੀ ਜੋਲੀਨ, ਜਿਸ ਨੂੰ ਡੋਲੀ ਪਾਰਟਨ ਨੇ ਬੜੇ ਹੀ ਬਿਹਤਰੀਨ ਤਰੀਕੇ ਦੇ ਨਾਲ ਮੇਰੇ ਉਸ ਵਕਤ ਦੇ ਹਾਲਾਤਾਂ ਨੂੰ ਰਿਲੇਟ ਕਰਵਾਇਆ। ਉਸ ਦੇ ਵਿੱਚ ਉਸਨੇ ਇੱਕ ਵੂਮਨ ਦਾ ਮੈਂਸ਼ਨ ਕੀਤਾ ਜਿਸ ਦੇ ਨਾਲ ਮੈਂ ਆਪਣੇ ਆਪ ਨੂੰ ਬਹੁਤ ਰਿਲੇਟ ਕੀਤਾ ਅਤੇ ਮੇਰੇ ਕ੍ਰਾਸ ਡਰੈਸਿੰਗ ਅਤੇ ਡਾਂਸਿੰਗ ਦੇ ਅਰਮਾਨ ਦੋਨੋਂ ਜੁੜ ਕੇ ਇੱਕ ਕਿਰਦਾਰ ਨੂੰ ਆਪਣੀ ਰੀਅਲ ਲਾਈਫ ਦੇ ਵਿੱਚ ਲੈ ਕੇ ਆਏ ਜਿਸ ਦਾ ਨਾਮ ਜੋਲੀਨ ਰੱਖਿਆ ਗਿਆ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮੈਂ ਵਾਈਟ ਹੋਰਸ ਯੂਕੋਨ ਕੈਨੇਡਾ ਦੇ ਵਿੱਚ ਹਲੇ ਨਵਾਂ ਮੂਵ ਹੋਇਆ ਸੀ। ਐਂਡ ਆਈ ਵਾਜ਼ ਲੁਕਿੰਗ ਫੋਰ ਥਿੰਗਸ ਟੂ ਡੂ ਇਨ ਹੀਅਰ ਬਿਕਾਜ਼ ਛੋਟਾ ਟਾਊਨ ਹੋਣ ਦੇ ਕਾਰਨ ਸਾਡੇ ਕੋਲ ਇੱਥੇ ਕਾਫੀ ਟਾਈਮ ਹੁੰਦਾ। ਤਾਂ ਫੈਬਰਰੀ 2020 ਦੇ ਦੌਰਾਨ ਜਦ ਰਾਂਡੇਵੂ ਫੈਸਟੀਵਲ ਹੋ ਰਿਹਾ ਸੀ ਤਾਂ ਮੈਂ ਸੋਚਿਆ ਕਿ ਕਿਉਂ ਨਾ ਮੈਂ ਕੰਪੀਟੀਸ਼ਨ ਦੇ ਵਿੱਚ ਭਾਗ ਲਵਾਂ, ਮੈਂ ਵੀ ਕੰਪੀਟੀਸ਼ਨ ਦੇ ਵਿੱਚ ਪਾਰਟੀਸਿਪੇਟ ਕਰਾਂ। ਤਾਂ ਐਟ ਦੈਟ ਪੁਆਇੰਟ ਦੇ ਵਰ ਲੁਕਿੰਗ ਫੋਰ ਹੰਟ ਫੋਰ ਹੈਡਲਾਈਨਰਸ sort of thing. There was a competition going on. I participated as a drag queen and Amanda Petridge ਜਿਹੜੇ ਆਪਣੇ ਇੱਥੇ ਲੋਕਲ ਸਲੂਨ ਦੇ ਓਨਰ ਨੇ, ਉਹਨਾਂ ਨੇ ਮੈਨੂੰ ਮੇਕਅਪ ਦੇ ਨਾਲ ਮਦਦ ਕੀਤੀ ਅਤੇ ਮੈਂ ਸਟੇਜ 'ਤੇ ਜਸ਼ਨੇ ਬਹਾਰਾ ਸੌਂਗ ਦੇ ਉੱਤੇ ਡਾਂਸ ਵੀ ਕੀਤਾ। ਤਾਂ ਇਸ ਤਰ੍ਹਾਂ ਜੋਲੀਨ ਦਾ ਜਿਹੜਾ ਕਰੈਕਟਰ ਸੀਗਾ ਉਹ ਇੱਕ ਲਵ ਸਟੋਰੀ ਦੇ ਉੱਤੋਂ ਪੈਦਾ ਹੋਇਆ। ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਏ, ਰਾਂਝਾ ਰਾਂਝਾ ਸੱਦੋ ਨੀ ਮੈਨੂੰ ਹੀਰ ਨਾ ਆਖੋ ਕੋਏ। ਤਾਂ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਡਰੈਗ ਕੁਈਨ ਦੇ ਇਸ ਮਨੋਰੰਜਕ ਦੁਨੀਆ ਦੇ ਕਿੱਸਿਆਂ ਦੇ ਬਾਰੇ ਹੋਰ ਇਨਫੋਰਮੇਸ਼ਨ ਦੇਵਾਂ, ਆਪਾਂ ਚੱਲਦੇ ਹਾਂ ਇੱਕ ਹਿਸਟਰੀ ਦੇ ਵਿੱਚ ਜਿੱਥੇ ਆਪਾਂ ਜਾਣਾਂਗੇ ਕਿ ਹਾਂ ਇਹ ਡਰੈਗ ਕੁਈਨ ਹੁੰਦੀ ਕੀ ਹੈ, ਵਾਟ ਇਜ਼ ਅ ਡਰੈਗ ਕੁਈਨ। ਸੋ ਜੋ ਡਰੈਗ ਸ਼ਬਦ ਹੈ ਇਹ ਗੋਰਿਆਂ ਦੇ ਨਾ ਪੁਰਾਣੇ ਥੀਏਟਰ ਦੇ ਹਿਸਟਰੀ ਦੇ ਵਿੱਚੋਂ ਆਉਂਦਾ। ਜਦੋਂ ਔਰਤਾਂ ਨੂੰ ਥੀਏਟਰ ਦੇ ਵਿੱਚ ਪਰਫੋਰਮ ਨਹੀਂ ਸੀ ਕਰਨ ਦਿੱਤਾ ਜਾਂਦਾ ਤਾਂ ਜਿਹੜੇ ਮੇਲ ਹੁੰਦੇ ਸੀ ਉਹ ਕ੍ਰਾਸ ਡਰੈਸਿੰਗ ਕਰਕੇ ਫੀਮੇਲਸ ਦਾ ਜਿਹੜਾ ਰੋਲ ਕਰਦੇ ਸੀ, ਬਿਕੋਜ਼ ਉਹਨਾਂ ਦੇ ਲੰਬੇ ਗਾਊਨ ਪਾਏ ਹੁੰਦੇ ਸੀ ਅਤੇ ਉਹ ਗਾਊਨ ਪਿੱਛੋਂ ਘਿਸਦੇ ਹੋਏ ਆਉਂਦੇ ਸੀਗੇ ਧਰਤੀ ਦੇ ਨਾਲ। ਤਾਂ ਇਸ ਕਰਕੇ ਉਹਨਾਂ ਨੂੰ ਡਰੈਗ ਦਾ ਨਾਮ ਦਿੱਤਾ ਗਿਆ ਕਿਉਂਕਿ ਉਹ ਡਰੈਗ ਕਰਕੇ ਆ ਰਹੇ ਨੇ, ਰਾਈਟ। ਤਾਂ ਇਹ ਦੁਨੀਆ ਵੱਧਦੀ ਅੱਗੇ ਚਲੀ ਗਈ ਜਦੋਂ ਇਨ 90s ਐਂਡ अर्ਲੀ 20s ਇਸ ਚੀਜ਼ ਨੂੰ ਬਹੁਤ ਬੜਾਵਾ ਦਿੱਤਾ ਗਿਆ ਕਲੱਬਸ ਦੇ ਵਿੱਚ।
ਸੋ ਉੱਥੇ ਯੂ نو ਡਰੈਗ ਕੁਈਨਸ ਅੰਡਰਗਰਾਊਂਡ ਕਲੱਬਸ ਦੇ ਵਿੱਚ ਇਕੱਠੀਆਂ ਹੋਣ ਲੱਗੀਆਂ, ਜਿੱਥੇ ਉਹਨਾਂ ਨੇ ਯੂ نو ਰੈਡੀ ਹੋ ਕੇ ਆਪਣੀਆਂ ਪਰਫਾਰਮੈਂਸਿਸ ਕਰਨੀਆਂ, ਬਿਕੋਜ਼ ਇਹ ਚੀਜ਼ਾਂ ਸਭ ਇਲੀਗਲ ਸੀਗੀਆਂ। ਅਤੇ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਹਿਸਟਰੀ ਦੇ ਵਿੱਚ ਆਪਾਂ ਚਾਚੀ ਅਤਰੋ ਨੂੰ ਤਾਂ ਜਾਣਦੇ ਹੀ ਹਾਂ। ਸੋ ਚਾਚੀ ਅਤਰੋ ਵੀ ਇੱਕ ਡਰੈਗ ਕੁਈਨ ਹੀ ਸੀ। ਇਟਸ ਜਸਟ ਕਿ ਪੰਜਾਬ ਦਾ ਵੈਸਟਰਨ ਵਰਲਡ ਦੇ ਨਾਲੋਂ ਥੋੜ੍ਹਾ ਜਿਹਾ ਰਿਸ਼ਤਾ ਦੂਰ ਹੋਣ ਕਰਕੇ ਉਹਨਾਂ ਸਮਿਆਂ ਦੇ ਵਿੱਚ ਇਸ ਚੀਜ਼ ਨੂੰ ਐਜ਼ ਅ ਡਰੈਗ ਕੁਈਨ ਦੇ ਨਾਮ ਨਾਲ ਨਹੀਂ ਜਾਣਿਆ ਜਾਂਦਾ ਸੀ। ਸੋ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਚੀਜ਼ ਨੂੰ ਸਮਝ ਰਹੇ ਹੋਵੋਗੇ ਕਿ ਇਹ ਇੱਕ ਕਲਾ ਹੈ ਰੈਦਰ ਦੈਨ ਅ ਜੈਂਡਰ। ਇਹਦਾ ਮੇਰੇ ਲਿੰਗ ਦੇ ਨਾਲ, ਮੇਰੇ ਜੈਂਡਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜੇ ਤੁਸੀਂ ਮੇਰੇ ਜੈਂਡਰ ਦੀ ਗੱਲ ਕਰਦੇ ਹੋ ਦੈਨ ਆਈ ਐਮ ਅ ਗੇ ਮੇਲ, which means that I am a gay male person who is attracted to another gay males, or just male in general, let's say. So that's my gender, but ਉਸ ਚੀਜ਼ ਦਾ ਮੇਰੇ gender ਦੇ ਨਾਲ ਕੋਈ ਲੈਣਾ ਦੇਣਾ ਨਹੀਂ। A lot of people use this art to express their gender as well, which is nice, and that's why drag is not limited to any certain kind of gender. You can be a cis person, ਜਿਹਨੂੰ ਕਹਿੰਦੇ ਨੇ ਕਿ straight heterosexual person ਵੀ ਹੋ ਸਕਦੇ ਹੋ, and you can still do drag, right? ਇੱਕ ਡਰੈਗ ਕੁਈਨ ਬਣਨ ਦੇ ਲਈ ਕਰਨਾ ਕੀ ਪੈਂਦਾ ਹੈ? ਤਾਂ ਪਹਿਲਾਂ ਜਾਣਨਾ ਜ਼ਰੂਰੀ ਹੈ ਕਿ ਡਰੈਗ ਕੁਈਨ ਇੱਕ ਫੀਮੇਲ ਦੀ ਨਕਲ ਕਰਨ ਦਾ ਇੱਕ ਯੂ نو ਐਂਟਰਟੇਨਿੰਗ ਵੇ ਹੈ, ਰਾਈਟ? ਸੋ ਬੇਸਿਕਲੀ ਜਦੋਂ ਆਪਾਂ ਇੱਕ ਫੀਮੇਲ ਦੀ ਨਕਲ ਕਰਦੇ ਹਾਂ ਤਾਂ ਆਪਾਂ ਨੂੰ ਫੀਮੇਲ ਦੀ ਤਰ੍ਹਾਂ ਲੰਬੇ ਲੰਬੇ ਵਾਲ ਵੀ ਚਾਹੀਦੇ ਨੇ। ਹੁਣ ਕੁਝ ਲੋਕ ਸ਼ੋਰਟ ਹੇਅਰ ਵੀ ਪ੍ਰੈਫਰ ਕਰਦੇ ਨੇ, ਸੋ ਉਹਨਾਂ ਲਈ ਉਹ ਵੀ ਠੀਕ ਹੈ। ਉਸ ਤੋਂ ਬਾਅਦ ਤੁਹਾਨੂੰ ਡਰਾਮੈਟਿਕ ਮੇਕਅਪ ਚਾਹੀਦਾ, ਸਪਾਰਕਲ, ਗਲਿਟਰਸ, a lot of you know dramatic contour is what you need to be a drag queen, right? ਉਸ ਤੋਂ ਬਾਅਦ ਨੀਚੇ ਆਉਂਦੇ ਹੋਏ ਤੁਹਾਨੂੰ ਇੱਕ ਕੁੜੀਆਂ ਦੇ ਵਾਂਗ ਬਾਡੀ ਵੀ ਚਾਹੀਦੀ ਹੈ, ਰਾਈਟ? ਇਸ ਦੇ ਲਈ ਤੁਸੀਂ a lot of chest wear ਕਰਦੇ ਹੋ, a lot of corset wear ਕਰਦੇ ਹੋ, ਜਿਹਦੇ ਨਾਲ ਤੁਹਾਡੀ ਜਿਹੜੀ ਸਟਮਕ ਹੈ ਉਹ ਸਿੰਚਡ ਰਹਿੰਦੀ ਹੈ, ਰਾਈਟ? ਐਂਡ ਉਸ ਤੋਂ ਬਾਅਦ ਆਪਣੇ ਪੈਡਿੰਗ ਲੱਗੀ ਹੁੰਦੀ ਹੈ ਜਿਸ ਦੇ ਨਾਲ ਥੋੜ੍ਹੀਆਂ ਹਿਪਸ ਜ਼ਿਆਦਾ ਦਿਖਦੀਆਂ ਨੇ, ਅਤੇ ਉਹ ਵੂਮਨ ਦੀ ਜਿਹੜੀ ਆਵਰ ਗਲਾਸ ਫਿਗਰ ਹੈ ਉਹ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਇੱਕ ਡਰੈਗ ਦੇ ਕਿਰਦਾਰ ਦੇ ਨਾਲ। ਸੋ ਦਿਸ ਇਜ਼ ਬੇਸਿਕਲੀ what it is being a drag queen. ਹੁਣ being a drag queen ਅਸੀਂ ਸ਼ੋਜ਼ ਕਰਦੇ ਹਾਂ, ਲਾਈਵ ਪਰਫਾਰਮਰਸ ਹੈ। ਅਸੀਂ ਟਾਊਨ ਦੇ ਵਿੱਚ ਜਿੱਥੇ ਵੀ LGBTQ ਗੈਦਰਿੰਗਸ ਹੁੰਦੀਆਂ ਨੇ ਉੱਥੇ ਸਾਡੇ ਸ਼ੋਜ਼ ਹੁੰਦੇ ਨੇ। we do lip syncs, we do acting, we do runways, and ਸਾਡੇ ਡਰੈਗ ਕੁਈਨ ਦੀਆਂ ਦੁਨੀਆ ਦੇ ਵਿੱਚ ਇੱਕ ਸ਼ੋਅ ਵੀ ਹੈ ਜਿਸ ਦਾ ਨਾਮ ਹੈ RuPaul's Drag Race, ਜਿਸ ਨੂੰ ਤੁਸੀਂ ਦੇਖ ਸਕਦੇ ਹੋ, ਅਤੇ ਵਿਨਰਸ ਨੂੰ ਉਸ ਦੇ ਵਿੱਚ $1 ਲੱਖ ਤੱਕ ਦਾ ਇਨਾਮ ਮਿਲਦਾ ਹੈ, ਵਿਚ ਇਜ਼ ਯੂ نو ਆਰ ਲੌਂਗ ਟਰਮ ਗੋਲ ਐਜ਼ ਵੈਲ। ਉਸ ਸ਼ੋਅ ਦੇ ਵਿੱਚ ਪੰਜਾਬੀ ਸੱਭਿਅਤਾ ਨੂੰ, ਪੰਜਾਬੀ ਸੱਭਿਆਚਾਰ ਨੂੰ ਯੂ نو ਰੈਪਰਜ਼ੈਂਟ ਕਰਨਾ ਇਜ਼ ਆਰ ਮੇਨ ਗੋਲ ਬਾਈ ਡੂਇੰਗ ਪੰਜਾਬੀ ਸਟਾਈਲ ਇਨ the drag, right? So basically that is being a drag queen. And then ਫਿਰ drag queen ਦੇ ਸੰਸਾਰ ਦੇ ਵਿੱਚ ਕੁਝ ਰਿਸ਼ਤੇ ਹੁੰਦੇ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਡਰੈਗ ਮਦਰ ਤੇ ਡਰੈਗ ਡਾਟਰ ਦੇ ਰਿਸ਼ਤੇ। ਸੋ ਬੇਸਿਕਲੀ ਜਦੋਂ ਮੈਂ ਇਸ ਟਾਊਨ ਦੇ ਵਿੱਚ ਨਵਾਂ ਸੀ ਤਾਂ ਮੈਂ ਇੱਥੇ ਇੱਕ ਔਰਤ ਜਿਸ ਦਾ ਨਾਮ ਹੈ ਮੈਰੀ ਸਲੋਨ, ਉਸ ਨੂੰ ਮਦਦ ਦੇ ਲਈ ਸੀਕ ਕੀਤਾ, ਜਿਸ ਦੇ ਨਾਲ ਮੈਨੂੰ ਥੋੜ੍ਹੀ ਮਦਦ ਮਿਲੀ ਇਨ ਟਰਮਸ ਆਫ ਐਕਟਿੰਗ, ਇਨ ਟਰਮਸ ਆਫ ਡਾਂਸਿੰਗ, ਇਨ ਟਰਮਸ ਆਫ ਯੂ ਨੋ ਮੇਕਅਪ। ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ, ਅਤੇ ਦੈਟਸ ਵਾਈ ਮੈਂ ਉਹਨਾਂ ਦੇ ਨਾਮ ਦੇ ਲਾਸਟ ਨੇਮ ਸੀ ਜੋ ਮੈਰੀ ਸਲੋਨ, ਉਹਨਾਂ ਦਾ ਲਾਸਟ ਨੇਮ ਸਲੋਨ ਲੈ ਕੇ ਮੈਂ ਆਪਣੇ ਨਾਮ ਜੋਲੀਨ ਦੇ ਨਾਲ ਲਗਾਤਾ। ਸੋ ਇਸ ਤਰ੍ਹਾਂ ਮੇਰਾ ਨਾਮ ਬਣਿਆ ਜੋਲੀਨ ਸਲੋਨ। ਸੋ ਮੈਨੂੰ ਉਮੀਦ ਹੈ ਦੋਸਤੋ ਕਿ ਤੁਹਾਨੂੰ ਇੱਕ ਮੇਰੇ ਪਹਿਲੇ ਵਲੌਗ ਦੇ ਵਿੱਚ ਜੋ ਵੀ ਮੈਂ ਗੱਲਾਂ ਕੀਤੀਆਂ ਉਹ ਪਸੰਦ ਆਈਆਂ ਹੋਣਗੀਆਂ। ਇਹਨਾਂ ਗੱਲਾਂ ਨੂੰ ਤੁਸੀਂ ਲਾਈਕ ਕੀਤਾ ਹੋਊਗਾ। ਆਈ ਨੋ ਤੁਹਾਡੇ ਬਹੁਤ ਸਾਰੇ ਕੁਐਸਚਨਸ ਨੇ, ਸੋ keep liking this vlog, keep commenting on this vlog, make sure you subscribe to my channel, because ਜਿੰਨਾ ਤੁਸੀਂ ਮੈਨੂੰ ਸਬਸਕ੍ਰਾਈਬ ਕਰੋਗੇ ਦੋਸਤੋ ਉਨੀਆਂ ਹੀ ਜ਼ਿਆਦਾ ਵੀਡੀਓਸ ਅਸੀਂ ਹੋਰ ਲੈ ਕੇ ਆਵਾਂਗੇ। ਤੁਸੀਂ ਇਹ ਵੀ ਨਾ ਭੁੱਲਿਓ ਕਿ ਮੈਨੂੰ ਇੰਸਟਾਗ੍ਰਾਮ ਤੇ ਜ਼ਰੂਰ ਫੋਲੋ ਕਰੋ। ਇੰਸਟਾਗ੍ਰਾਮ ਤੇ ਮੇਰਾ ਜੋ ਹੈਂਡਲ ਹੈ that is @Jolene Queen Sloan। ਸੋ ਬਹੁਤ ਬਹੁਤ ਧੰਨਵਾਦ ਮੇਰਾ ਪਹਿਲਾ ਵਲੌਗ ਦੇਖਣ ਦੇ ਲਈ, ਤੇ make sure you do all the things that I told you. Bye bye for now. Thank you.